उसकी शादी की गई जलालपुर जट्टा में, गुजरात। तकरीबन 8 माह पहले उसकी शादी हुई। ससुराल वालों ने 50 लाख रुपया नगद और 5 तोले जेवर लिखवाया हक महर में। वो मसले दे दौरान साढ़े घरों नहीं आई। यानी कि कोई नाराजगी नहीं सी, कोई लड़ाई झगड़ा नहीं सी। ਉਹਨੂੰ ਲਿਆਣਾ ਰੀਜ ਨੂੰ ਲੈਣ ਉਹ ਆਇਆ ਜਦੋਂ ਤੋਂ ਬਾਅਦ ਉਹ ਮਸਲਾ ਸੇ ਚੈੱਕ ਦਾ ਉੱਤੇ ਬਣੇ ਵਾਲੇ ਮਨਾ ਸਫਰ ਨੇ ਵਿਚਾਰੇ ਨੇ ਫਟਾਫਟ ਉੱਤੇ ਉਸ ਜਾ ਉਲਟੀ ਕੀਤੀ ਹੈ ਜੂਸ ਪੀਂਦਾ ਆਇਆ ਘਰ ਇਹ ਮਾਮੀ ਜੀ ਤੁਸੀਂ ਨਾ ਗੁਜਰਾਤ ਹੀ ਆ ਜਾਓ ਇੱਥੇ ਉਹਨਾਂ ਨੇ ਜਵਾਬ ਦੇ ਦਿੱਤਾ ਕੀ ਕੀਤਾ ਜੀ ਕਹਿੰਦਾ ਮੰਮੀ ਜੀ ਮੈਨੂੰ ਨਹੀਂ ਪਤਾ ਮੈਨੂੰ जिन्हों को प्यार करता सब फिर उन्हें इतने नाम लाया है। अस्सलाम वालेकुम नाज़रीन, आप देख रहे हैं RNN डिजिटल मीडिया और मैं हूं आपका मेज़बान सलमान मुगल। नाज़रीन, इस टाइम मैं मौजूद हूं सियालकोट के इलाका हैडमराला में, जहां पे बच्चा जिसकी उम्र 22 से 23 साल थी, उसकी शादी की गई जलालपुर जट्टा में, गुजरात। और वहाँ पे 8 माह पहले उसकी शादी हुई और 8 माह पहले उसकी शादी हुई और उसकी शादी में उसके ससुराल वालों ने 50 लाख रुपया नगद और 5 तोले जेवर लिखवाया हक महर में। फिर उसके बाद वो उसकी पसंद की शादी थी, उसको उस लड़की का क्रेज़ ही था, अंधा प्यार था, जिस वजह से उसने अपने माँ बाप को जो है वो ब्लैकमेल करके उसने कहा कि मैं शादी करनी है। तो माँ बाप औलाद के आगे हार गए, उन्होंने शादी वहाँ पे कर दी। लेकिन वो लड़की वाले जो थे वो जो है वो लालची थे, उन्होंने हक महर इसी वजह से लिखवाया, ये कह के लिखवाया कि कल को अगर हमारी बेटी को तलाक हो गई तो हम लोग क्या करेंगे। माँ बाप अपने बेटे के आगे हार गए, उन्होंने शादी कर दी। उसके बाद क्या हुआ, किस तरह वो लड़का उधर पहुंचा जलालपुर जट्टा में, और जलालपुर जट्टा में पहुंच के और बाद में उसी ज़िंदा वापस नहीं आया। कुछ कह रहे हैं कि उसने टैबलेट खाई है, लेकिन उसके पास टैबलेट कैसे आई, ये भी एक सवाल है। पुलिस इन्वेस्टिगेशन कर रही है। मेरे साथ मौजूद हैं उस लड़के की अहमद की वालिदा और उसके वालिद। आइए उनसे जानते हैं कि क्या वक़ुआ हुआ, कैसे नाराज़गी हुई, कैसे वो गया, क्या माजरा है, उनसे जानते हैं। जी अस्सलाम वालेकुम। वालेकुम सलाम माँ जी, की वाक़या होया, बेटा तुहाडा किस तरह जलालपुर जट्टा पहुंचिया, की सुलह करन ते लागे तुहानू जाना चाहिदा सी ਜਾਂ ਉਹਨਾਂ ਦੇ ਵਾਲਿਦ ਨੂੰ, ਜਾਂ ਤੁਸੀਂ ਜਾਂਦੇ ਜਾ ਕੇ ਸੁਲ੍ਹਾ ਕਰਦੇ ਉਹਨਾਂ ਨਾਲ, ਬੇਟੀ ਨੂੰ ਆਪਣੀ ਬਹੂ ਨੂੰ ਲੈ ਕੇ ਆਂਦੇ, ਕੀ ਮਾਮਲਾ ਆਇਆ ਜ਼ਰਾ ਡਿਟੇਲ ਨਾਲ ਸਾਡੇ ਦੱਸਿਓ। ਬੇਟਾ ਅਸੀਂ ਨਾ ਸਾਡੀ ਨਾਰਾਜ਼ਗੀ ਕੋਈ ਨਹੀਂ, ਉਹ ਵੈਸੇ ਸੁਲ੍ਹਾ ਨਾਲ ਹੀ ਉੱਥੇ ਗਈ ਸੀ। ਮੇਰਾ ਪੁੱਤਰ ਪਹਿਲੇ ਆਪਣੇ ਰੂਹ ਤੇ ਸਹੀ ਸੀ, ਆਪਣੀ ਨੌਕਰੀ ਤੇ ਜਾਂਦਾ ਡੀਸੀ ਆਫਿਸ। ਕੀ ਕਰਦਾ ਸੀ ਤੁਹਾਡਾ ਬੇਟਾ? ਡੀਸੀ ਆਫਿਸ ਨੌਕਰੀ ਕਰਦਾ ਸੀ। ਡੀਸੀ ਆਫਿਸ? ਜੀ, ਮੁਲਾਜ਼ਮ ਸੀ। ਤੇ ਉਹ ਸਰਕਾਰੀ ਮੁਲਾਜ਼ਮ ਸੀ? ਸਰਕਾਰੀ ਮੁਲਾਜ਼ਮ। ਤੇ ਆਉਂਦਾ ਜਾਂਦਾ ਸੀ ਆਪਣੇ ਰੂਹ ਤੇ, ਉਹਨੂੰ ਵੀ ਗੱਡੀਆਂ ਕਾਰਾਂ ਤੇ ਲੈ ਲੈ ਕੇ ਫੇਰਨਾ, ਜੇ ਉਹਨੇ ਬੈਂਕ ਕਹਿਣਾ ਬੈਂਕ ਛੱਡ ਕੇ ਆਉਣਾ। ਮੇਰਾ ਪਿਆਰ ਮੇਰੇ ਪੁੱਤਰ ਨੂੰ ਬੜਾ ਸੀ ਆਪਣੀ ਬੀਵੀ ਦੇ ਨਾਲ। ਤੇ ਸਾਡੇ ਘਰ ਵੀ ਜਦੋਂ ਪਹਿਲੀ ਸ਼ਾਦੀ ਦੇ ਦਿਨ ਦੱਸ ਰਹੀ ਹੈ, ਅੱਗੋਂ ਵੀ ਨੇ ਆਉਣਾ ਬੈਂਕ ਹਫਤਾ ਐਤਵਾਰ ਛੁੱਟੀ ਹੁੰਦੀ, ਰਹਿਣਾ 2 ਦਿਨ, ਫਿਰ ਟੁਰ ਜਾਣਾ ਉਹਨੇ। ਥੋੜਾ ਮੇਰੇ ਪੁੱਤਰ ਤੇ ਮਸਲਾ ਬਣ ਗਿਆ, ਉਹ ਦਿਨਾਂ ਤੇ ਖੁਸ਼ੀ ਨਾਲ ਆਪਣੇ ਘਰ ਆਈ ਸੀ, ਉਹ ਮਸਲੇ ਦੇ ਦੌਰਾਨ ਸਾਡੇ ਘਰੋਂ ਨਹੀਂ ਆਈ। ਯਾਨੀ ਕਿ ਕੋਈ ਨਾਰਾਜ਼ਗੀ ਨਹੀਂ ਸੀ, ਕੋਈ ਲੜਾਈ ਝਗੜਾ ਨਹੀਂ ਸੀ? ਨਾ ਨਾ ਕੋਈ ਨਹੀਂ। ਉਹ ਉਸ ਮਸਲੇ ਦਾ ਥੋੜਾ ਸਾਡਾ ਸੰਭਲਿਆ ਤੇ ਫਿਰ ਉਹ ਆਇਆ ਘਰ ਤੇ ਕਹਿੰਦਾ ਮੰਮੀ ਜੀ ਰੀਜ ਨੂੰ ਲਿਆਣਾ। ਰੀਜ ਨੂੰ ਲੈਣ ਉਹ ਆਇਆ ਜਦੋਂ ਉਹ ਤੋਂ ਬਾਅਦ ਉਹ ਮਸਲਾ ਸੇ ਚੈੱਕ ਦਾ ਉੱਤੇ ਬਣਿਆ ਦਾ, ਜੋ ਜੇਲ੍ਹ ਚੋਂ ਆਇਆ ਸਿੱਧਾ ਉਹ ਇੱਥੇ ਰੀਜ ਕੋਲ ਹੀ ਆ ਗਿਆ ਰਾਤੀ ਇੱਥੇ। ਤਾਂ ਵੀ ਉਹਨਾਂ ਨੇ ਪੁਲਿਸ ਮੰਗਾ ਲਈ ਹੈ। ਇਹਨਾਂ ਨੇ ਸਸੁਰਾਲ ਵਾਲੇ? ਸਸੁਰਾਲ ਵਾਲਿਆਂ ਨੇ ਉਹਦੇ ਗਲਮੇ ਖਿੱਚੇ ਨੇ ਉਹਦੀ ਬੀਵੀ ਨੇ। ਤੇ ਸੁਬਾਹ ਘਰ ਟੁਰ ਗਿਆ, ਉਹਨੇ ਜਾ ਕੇ ਮੈਨੂੰ ਦੱਸਿਆ ਨਹੀਂ ਮੈਨੂੰ ਕਿ ਅੰਮੀ ਇਹ ਮਸਲਾ ਮੈਨੂੰ ਨਹੀਂ ਸੁਣਾਈ ਗੱਲ। ਫਿਰ ਦੁਬਾਰਾ ਦਾ ਅੰਮੀ ਜੀ ਮੈਂ ਰੀਜ ਨੂੰ ਲਿਆਣਾ, ਮੈਂ ਪੁੱਤਰ ਲੈ ਆਵਾਂਗੇ। ਉਹ ਗੁੱਸੇ 'ਚ ਕੁੜੀ ਚੱਲ ਪਿਆ ਜੇ ਜੋ ਮੈਂ ਬਹਾਨਾ ਲਾਇਆ ਕਿ ਉਹਨੂੰ ਹਾਲੇ ਮਨਾ ਸਫਰ ਕਹਿੰਦਾ ਉਹਨਾਂ ਨੇ ਇੱਥੇ ਲੜਾਈ ਕਿਉਂ ਕੀਤੀ, ਕੀ ਵਜ੍ਹਾ ਬਣੀ? ਪਤਾ ਨਹੀਂ। ਉਹਨੇ ਜਿਵੇਂ ਭਾਈ ਉਹਨੇ ਜੇਲ੍ਹ ਕੱਟੀ, ਉਹਨੇ ਆਪਣੇ ਸਿਰ ਇਹਨਾਂ ਨੂੰ ਕੁਛ ਨਹੀਂ ਕਿਹਾ। ਉਹ ਪਤਾ ਨਹੀਂ ਕੀ ਉਹਨੂੰ ਹੋ ਗਿਆ, ਜਦੋਂ ਸਹੀ ਸੀ ਆਪਣੀ ਰੂਬੀ ਤੇ ਉਦੋਂ ਉਹਦੇ ਨਾਲ ਠੀਕ, ਜਦੋਂ ਉਹਦਾ ਥੋੜਾ ਨਰਮ ਪਿਆ ਉਦੋਂ ਨਫ਼ਰਤ ਕਰਨ ਲੱਗ ਪਈ। ਉਹ ਪਤਾ ਨਹੀਂ ਉਹਦਾ ਕਿਤੇ ਚੱਕਰ, ਸਾਨੂੰ ਇਸ ਗੱਲ ਦਾ ਨਹੀਂ ਪਤਾ। ਬਾਅਦ ਵਿੱਚ ਉਹਨਾਂ ਨੇ ਆਖਿਆ ਕਿ ਅੰਮੀ ਜੀ ਨਹੀਂ ਤੁਸੀਂ ਚਲੋ। ਫਿਰ ਮੈਂ ਆਈ, ਉਹਦੇ ਅੱਬੂ ਆਏ ਨੇ, ਉਹਦਾ ਚਾਚਾ ਜਾਂ ਕੁੜੀ ਦਾ ਵੀ ਚਾਚਾ ਔਰ ਇੱਕ ਤਾਇਆ ਉਹ ਵੀ ਆਇਆ ਨਾਲ ਇਹਨੂੰ ਲੈਣ ਵਾਸਤੇ। ਕੋਈ 10-8 ਜੀ ਆਇਆ, ਅਹਿਮਦ ਵੀ ਨਾਲ ਆਇਆ। ਅਸੀਂ ਬੈਠੇ ਹਾਂ, ਉਹ ਕੁੜੀ ਆਈ ਹੈ ਬੈਂਕ ਦੇ ਵਿੱਚ। ਤੁਸੀਂ ਪਹਿਲੇ ਆਏ ਹੋ ਕਿ ਮੈਂ ਆਪਣੀ ਬਹੂ ਲੈ ਜਾਈਏ ਘਰ? ਤੇ ਮੈਂ ਕਿਹਾ ਚਲੋ ਪੁੱਤਰ ਜੀ ਉਹਦਾ ਅਹਿਮਦ ਦਾ ਕੋਈ ਮਸਲਾ ਖਰਾਬ, ਨੌਕਰੀ ਤੋਂ ਡਿਸਮਿਸ ਨੌਕਰੀ ਤੋਂ, ਮੈਂ ਅਸੀਂ ਲਾ ਤੇ ਘਰ ਦੇ ਅਸੀਂ ਸੰਭਾਲ ਲਾਂਗੇ, ਤੂੰ ਮੇਰਾ ਪੁੱਤਰ ਚੱਲ। ਉਹਨੇ ਕਹਿੰਦੀ ਮੈਂ ਨਹੀਂ ਜਾਣਾ, ਉਹ ਬੜੀ ਪੁੱਤਰ ਜਵਾਬ ਹੈ ਜੇ ਉਂਝੇ ਨੇ ਜੇ ਚ ਗਿਆ। ਮੈਂ ਪੁੱਤਰ ਗਿਆ ਤਾਂ ਜ਼ਮਾਨਤ ਹੋ ਗਈ ਹੈ, ਕੇਸ ਉਹਦਾ ਬਣ ਗਿਆ, ਕਿਤੇ ਵੀ ਪੈ ਸਕਦੇ, ਹੁਣ ਤੇਰੇ ਨਾਲ ਅਸਰ ਕੋ ਪਹੁੰਚਿਆ, ਤੈਨੂੰ ਕੋਈ ਨੁਕਸਾਨ ਤੇ ਨਾ ਪਹੁੰਚਿਆ। ਉਹ ਸਿੱਧਾ ਮੈਂ ਤੇਰੇ ਕੋਲ ਹੀ ਆਇਆ, ਤੂੰ ਜੇਲ੍ਹ 'ਚ ਵੀ ਤੇਰੇ ਨਾਲ ਇੰਨਾ ਕੋਈ ਪਿਆਰ ਹੈ ਕਿ ਤੇਰੇ ਕੋਲ ਸਿੱਧਾ ਆਇਆ। ਉਸ ਕੁੜੀ ਨੇ ਬੇਟਾ ਸਾਡਾ ਸਲਾਮ ਦੁਆ, ਬਸ ਉਹ ਸਾਡਾ ਗੁੱਸੇ 'ਤੇ ਹੱਥ ਵੀ ਨਹੀਂ ਫਰਾਏ। ਉਹ ਵਿਹੜੇ ਬਹਿ ਕੇ ਤੜ ਗੱਲਾਂ ਕਰਦੀ ਰਹੀ ਅੱਗੋਂ। ਫਿਰ ਚੁੱਪ ਕਰ ਗਏ, ਇਹਨੇ ਮਹੀਨੇ ਦਾ ਟਾਈਮ ਦਿਓ, ਕੁਛ ਦਿਨ ਅਸੀਂ ਫਿਰ ਆ ਜਾਵਾਂਗੇ। ਮੈਂ ਚਲੋ ਠੀਕ, ਅਸੀਂ ਚਲੇ ਗਏ ਹਾਂ। ਘਰ ਟੁਰ ਗਏ। ਹੁਣ ਮਹੀਨੇ ਬਾਅਦ ਆਦਾ ਕਿ ਅੰਮੀ ਜੀ
ਕਿ ਮੈਂ ਰੀਜ ਨੂੰ ਲੈਣਾ। ਮੈਂ ਬੇਟਾ ਮੁਹੰਮਦ ਅਹਿਮਦ ਮੈਂ ਤੇ ਨਾ ਜਾਵਾਂਗੀ ਤੇ ਲੈ ਆਵਾਂਗੀ ਰਹਿਣ ਦੇ। ਆਦਾ ਮੈਂ ਨਹੀਂ ਤੁਸੀਂ ਰਹਿਣ ਦੇ, ਤੁਹਾਡੇ ਵਾਦੀਆਂ ਘਾਟੀਆਂ ਕਰਨਗੇ, ਮੈਂ ਆਪ ਹੀ ਜਾਣਾ। ਮੈਂ ਕਿ ਨਾ ਜਾ ਮੁਹੰਮਦ ਅਹਿਮਦ, ਨਹੀਂ ਅਮੀ ਮੈਂ ਜਾਣਾ ਹੈ, ਅਸੀਂ ਗੋਦ ਭਰਾਈ ਦੀ ਰਸਮ ਕਰਨੇ ਆ, ਚਲੋ ਇੱਕ ਦਿਨ ਰਵੇਗੀ, ਮੈਂ ਸਵੇਰੇ ਛੱਡ ਆਵਾਂਗਾ। ਚੱਲ ਪੁੱਤਰ ਜਾ ਲੈ ਆਇਆ। ਉਹ ਆ ਗਿਆ, ਆ ਕੇ ਤੇ ਅੱਗੋਂ ਫਿਰ ਉਹਨਾਂ ਨੇ ਕੁਛ ਸੁਣਿਆ ਬੜੀ, ਮੈਨੂੰ ਫਿਰ ਅੱਗੋਂ ਤੇ ਗੱਲ ਉਹਦੀ ਭੈਣ ਨੂੰ ਸੁਣਾਈ ਆ ਕੇ। ਉਹਨੇ ਉੱਥੋਂ ਆਇਆ, ਉਹਨੇ ਉੱਥੇ ਸੁਣਿਆ ਗਿਆ ਜਦੋਂ ਇਹਦੇ ਮਸ਼ੀਰਾ ਰਹਿੰਦੀ ਜਲਾਲਪੁਰ ਜੱਟਾਂ, ਉਹਨੇ ਮੈਨੂੰ ਸੁਣਿਆ ਕਿ ਮਾਮੀ ਐਸਰਾ ਐਸਰਾ ਮੇਰੇ ਕੋਲ ਰਾਤੀ ਆਇਆ ਹੈ, ਫਿਰ ਸਵੇਰੇ ਗਿਆ ਦਹੀਂ ਖਾ ਕੇ ਤੇ ਫਿਰ ਉੱਥੋਂ ਤਰਫ ਦਾ ਲੁੱਟਦਾ 4:30-5 ਵਜੇ ਮੇਰੇ ਕੋਲ ਆ ਗਿਆ। ਤੇ ਉਹਨੇ ਆਖਿਆ ਮੈਂ ਮੈਂ ਕਿਹਦੇ ਘਰ ਗਿਆ? ਆਪਣੀ ਭੈਣ ਉਹਦੀ ਰਹਿੰਦੀ ਜਲਾਲਪੁਰ, ਫੁੱਫੋ ਦੀ ਬੇਟੀ ਰਹਿੰਦੀ ਉਹਦੀ, ਅੱਛਾ, ਉਹਦੀ ਸਿਸਟਰ ਜਲਾਲਪੁਰ ਜੱਟਾਂ ਰਹਿੰਦੀ ਹੈ। ਚਿੱਟਾ ਰਹਿੰਦੀ ਜੀ। ਤੇ ਉੱਥੇ ਉਹਨੇ ਇਹ ਗੱਲ ਸੁਣਾਈ ਹੈ ਤੇ ਉਹਨੇ ਵਿਚਾਰੇ ਨੇ ਫਟਾਫਟ ਉੱਥੇ ਜਾ ਕੇ ਉਲਟੀ ਕੀਤੀ ਹੈ, ਜੂਸ ਪੀਂਦਾ ਆਇਆ ਘਰ। ਉਹਨੇ ਆਪਣੇ ਮੀਆਂ ਨੂੰ ਫੋਨ ਕੀਤਾ, ਉਹ ਆਇਆ ਘਰ, ਮੁੰਡਾ ਨੇ ਵਿਚਾਰੇ ਨੇ ਫਟਾਫਟ ਮੋਟਰਸਾਈਕਲ ਤੇ ਰੱਖਿਆ, ਗੱਡੀ ਮੰਗਾਈ ਹੈ। ਤੁਹਾਨੂੰ ਕਿਸ ਤਰ੍ਹਾਂ ਕਿੰਨੇ ਕਾਲ ਕੀਤੀ ਸੀ ਕਿ ਮੇਰੀ ਆਪਣੇ ਵੀ ਨੇ ਜਿਹਦੇ ਘਰ ਆਇਆ, ਕਿ ਉਹਦੇ ਆਪਣੀ ਜਿਹੜੀ ਮਾਮੂ ਦੀ ਬੇਟੀ ਦੇ ਘਰ ਗਿਆ? ਹਾਂਜੀ। ਉਹਨੇ ਕਿਹਾ ਮਾਮੀ ਮਤਲਬ ਪਤਾ ਨਹੀਂ ਕੀ ਗੱਲ ਉਲਟੀਆਂ ਕਰਦਾ ਪਰ ਕੀ ਉਹਨੂੰ ਹੋ ਗਿਆ। ਮੈਂ ਫਟਾਫਟ ਉਤੋਂ ਗੱਡੀ ਕਰਾਈ ਤਾਂ ਅਸੀਂ ਆ ਗਏ, ਉਹਦਾ ਅੱਬੂ ਆਇਆ, ਮੈਂ ਆਇਆ, ਉਹਦਾ ਫੁੱਫੋ ਦਾ ਬੇਟਾ ਆ ਗਿਆ। ਅਸੀਂ ਜਦੋਂ ਰਸਤੇ 'ਚ ਜਾਂਦੇ ਉਹ ਸਾਡੇ ਜਵਾਈ ਸਾਡਾ ਕਹਿਣ ਲੱਗਾ ਜਾਸਰ ਕੇ ਮਾਮੀ ਜੀ ਤੁਸੀਂ ਨਾ ਗੁਜਰਾਤ ਹੀ ਆ ਜਾਓ। ਇੱਥੇ ਉਹਨਾਂ ਨੇ ਜਵਾਬ ਦੇ ਦਿੱਤਾ। ਅਸੀਂ ਜੀਜ਼ ਪੜੀ ਹਸਪਤਾਲ ਟੁਰ ਗਈਆਂ, ਅਸੀਂ ਉੱਥੇ ਟੁਰ ਗਏ ਜੀਜ਼ ਪੜੀ ਹਸਪਤਾਲ। ਅੱਗੇ ਮੇਰਾ ਬੱਚਾ ਐਸੀ ਬੜਾ ਪਰੇਸ਼ਾਨ, ਮੈਂ ਮੋਦਿਆ ਮਤਲਬ ਕੀ ਹੋਇਆ ਜੀ, ਕੀ ਕੀਤਾ ਜੀ? ਕਹਿੰਦਾ ਅੰਮੀ ਜੀ ਮੈਨੂੰ ਨਹੀਂ ਪਤਾ, ਮੈਨੂੰ ਮੇਰਾ 5 ਸਾਲਾਂ ਦਾ ਪੁੱਤਰ ਉਹਨਾਂ ਡੈਣਾ ਨੇ ਖਾ ਛੜਿਆ, ਉਹਨੇ ਕੋਈ ਚੀਜ਼ ਨਹੀਂ ਲਿਖ ਲਾਈ ਹੈ ਕਿਉਂਕਿ ਉਹਦੇ ਕੋਲ ਤਾਂ ਸ਼ਨਾਖਤ ਦੀ ਕਾਰਡ ਕੋਈ ਨਹੀਂ, ਉਹਨੇ ਕਿੱਥੋਂ ਚੀਜ਼ ਲੈ ਕੇ ਤੇ ਖਾਣੀ ਸੀ। ਨਾਲੇ ਬੇਟਾ ਬਹੁਤਾ ਮਸਲੇ ਦਾ ਇੱਕੋ ਹੀ ਹੱਲ ਹੈ ਕਿ ਮੇਰੇ ਬੇਟੇ ਨੇ ਮੈਨੂੰ ਜਦੋਂ ਘਰੋਂ ਆਇਆ ਸੀ ਨਾ, ਇਹ ਕਿਹਾ ਸੀ ਕਿ ਅਮੀ ਜੇ ਮੈਨੂੰ ਕੁਛ ਹੋ ਜੇ ਮੇਰੀ ਮੌਤ ਦੇ ਜ਼ੁੰਮੇਦਾਰ ਮੇਰੇ ਸਹੁਰੇ ਹੋਣਗੇ, ਕਿਉਂਕਿ ਮੇਰੇ ਨਾਲ ਕੁੜੀ ਨਹੀਂ ਟੋਰਦੇ ਪਏ ਹੋ। ਮੈਂ ਉਹਨਾਂ ਜੋ ਹੋਇਆ ਮੈਂ ਉਹਨਾਂ ਦਾ ਦੁੱਖ ਮੈਨੂੰ ਮਾਰ ਛੜਿਆ, ਮਾਰ ਗਿਆ, ਮੇਰੀ ਮੌਤ ਦੇ ਜ਼ੁੰਮੇਦਾਰ ਮੇਰੇ ਸਹੁਰੇ ਨੇ, ਮੈਨੂੰ ਉਹਨਾਂ ਨੂੰ ਛੱਡਣਾ ਜੇ, ਮੇਰੇ ਬਾਅਦ ਉਹਨਾਂ ਨੂੰ ਇਸ ਗੱਲ ਦੀ ਸਜ਼ਾ ਦਿਲਾਣੀ ਜੇ। ਤੇ ਪੁਲਿਸ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਤਾਮਨ ਕਰ ਰਹੀ ਹੈ? ਫਿਲਹਾਲ ਤੇ ਹਾਲੇ ਕੋਈ ਤਾਮਨ ਨਹੀਂ ਸਾਡਾ ਪੁਲਿਸ ਦਾ, ਕਿਉਂਕਿ ਅਸਾਂ ਕਿਹਾ ਕਿ ਮੁਜਰਮਾਂ ਨੂੰ ਤੁਸੀਂ ਸਜ਼ਾ ਦੇਵੋ, ਕਿਉਂਕਿ ਮੈਨੂੰ ਤਾਂ ਹੀ ਸਕੂਨ ਹੋਣਾ ਹੈ ਕਿ ਉਹ ਮੇਰੀ ਮਾਂ ਵੀ ਅੰਦਰ ਹੋਣ, ਰੱਖ ਜੇਲ੍ਹ ਦੇ ਸਲਾਹਾਂ ਦੇ ਪਿੱਛੇ ਹੋਣ। ਮੇਰਾ ਜਵਾਨ ਬੇਟਾ 22 ਸਾਲਾਂ ਦੇ ਨਾਲ ਲਿਆ ਨਾ, ਹੁਣ ਜਦੋਂ ਪਤਾ ਚੱਲਿਆ ਕਿ ਅੱਜ ਮੇਰਾ ਹੱਸਦਾ ਖੇਡਦਾ ਪੁੱਤਰ ਆਇਆ ਸੀ, ਐਨਾ ਉਹ ਤੋਂ ਜਾਨ ਦਿੰਦਾ ਜਦੋਂ ਆਪਣੀ ਬੀਵੀ ਤੋਂ, ਸਾਡੀ ਵੀ ਨਹੀਂ ਸੁਣੀ। ਮੈਂ ਕਹਿੰਦੇ ਪੁੱਤਰ ਨਾ ਕਰੋ, ਉੱਥੇ ਨਾ ਕਰੋ, ਲੋਕ ਹੋਰ ਤਰ੍ਹਾਂ ਦੇ ਨਹੀਂ, ਉਹਨੇ ਸਾਡੀ ਨਹੀਂ ਮੰਨੀ ਸੀ। ਉਹਦੀ ਤੁਹਾਡੇ ਰਿਸ਼ਤੇਦਾਰ ਨੇ ਉਹ? ਹਾਂਜੀ, ਇਹਨਾਂ ਦੇ ਪੁੱਤਰ ਉਹਦਾ ਜਿਹੜਾ ਵਾਲਾ ਦੇ ਉਹਨਾਂ ਦੇ ਮੇਰੇ ਮੀਆਂ ਦਾ ਸਕੇ ਚਾਚੇ ਦਾ ਪੁੱਤਰ ਭਰਾ है। नाज़रीन, ये अहमद की वालिदा थी जो जिनका जवान बेटा जो है वो दुनिया से चला गया। ये कत्ल है या पहेली? इनके बकौल के उनको उसको जहर दिया गया कि पता नहीं क्या सीन नज़र, कुछ पहेली है। अभी पुलिस की इन्वेस्टिगेशन क्या कहती है ये तो हम गुजरात जाएंगे, उसकी सिस्टर के घर उनका भी बयान लेंगे और पुलिस से भी हम लोग पूछेंगे कि इन्वेस्टिगेशन कहाँ तक पहुँची। और मेरे साथ उसके वालिद भी मौजूद हैं, ये उनसे जानते हैं कि आपका बेटा कोई आपसे बात, उनसे कोई बात करके गया हो या उनसे कोई बात, जाहिर है बाप से भी औलाद बातें शेयर करती है। आइए उनसे जानते हैं। जी अस्सलाम वालेकुम। वालेकुम सलाम जी। ऐसे की करते तुसी? मैं सर मैं मुलाजमत करना सा, मैं इस टाइम घर बीमार हाँ, मेरा वही आसरा सी, वही मेरा सब कुछ सी। ठीक है जी, मैनू इंसाफ चाहिए। ਤੁਹਾਡੇ ਨਾਲ ਕੋਈ ਗੱਲ ਕਰਕੇ ਗਿਆ ਜਦੋਂ ਘਰੋਂ ਆਇਆ? नहीं, ਸਿਰਫ ਤੁਹਾਨੂੰ ਜਦੋਂ ਪਤਾ ਚੱਲਿਆ ਕਿ ਬਸ ਕਿ ਉਹ ਹਸਪੀਟਲ ਹੈ, ਸਿਰਫ ਤੁਸੀਂ ਉਦੋਂ? उसलिए मैं पहुँचा जी। ਤੁਹਾਨੂੰ ਕੀ ਲੱਗਦਾ ਹੈ ਕਿ ਕੀ ਉਹਨਾਂ ਨੇ ਦਿੱਤਾ ਹੈ ਜਾਂ ਉਹਨੇ ਆਪ ਹੀ ਖਾਧਾ ਹੈ? सर ਉਹਦੇ ਸਹੁਰਿਆਂ ਨੇ ਦਿੱਤਾ ਕਿਉਂਕਿ ਉਹਨਾਂ ਨੇ ਰਸ਼ਨ ਸੀ। ਉਹਨਾਂ ਨੂੰ ਰੰਜਿਸ਼ ਸੀ? ਹਾਂਜੀ, ਕਿਸ ਚੀਜ਼ ਦੀ ਰੰਜਿਸ਼ ਸੀ ਉਹਦੇ ਨਾਲ? ਉਹਦੇ ਨਾਲ ਬੱਚੀ ਨਾਲ ਪਿਆਰ ਕਰਦਾ ਸੀ, ਸਭ ਕੁਝ ਲਟਾ ਲਟੂ ਛੜਿਆ ਸੀ, ਸਭ ਕੁਝ ਉਹਨੇ ਕੀਤਾ ਇਹਦਾ। ਉਹ ਫਿਰ ਉਹਨੇ ਇੱਥੇ ਨਾਮ ਲਿਖਾਇਆ ਹੈ, ਸੀਨੇ ਤੇ ਉਹਦਾ ਨਾਮ ਲਿਖਾਇਆ ਹੈ। ਯਾਨੀ ਕਿ ਇੰਨਾ ਪਿਆਰ ਕਰਦਾ ਸੀ ਆਪਣੀ ਇੰਨਾ ਬੀਵੀ ਪਿਆਰ ਕਰਦਾ ਸੀ। ਮੈਂ ਦੇ ਖਾਤਰ ਇਹਨਾਂ ਨੇ ਮੇਰੇ ਬੱਚੇ ਨੂੰ ਬਲਾਕ ਮਿਲ ਕਰਕੇ ਮਾਰ ਛੜਿਆ ਹੈ। ਜਿਸ ਨੂੰ? ਮੈਂ ਦੱਸੋ ਕਿ ਤੁਸੀਂ ਮੈਨੂੰ ਥੋੜੀ ਦੇਰ ਪਹਿਲਾਂ ਦੱਸ ਰਹੇ ਸੋ ਕਿ ਇਹਨਾਂ ਨੇ ਆਪਣੇ ਵਿਆਹ ਤੇ 50 ਲੱਖ ਰੁਪਇਆ ਲਿਖਵਾਇਆ ਤੇ ਨਾਲ। ਹਾਂਜੀ, 50 ਲੱਖ ਰੁਪਇਆ ਤੇ 5 ਤੋਲੇ ਸੋਨਾ। ਤੁਸੀਂ ਉੱਥੇ ਨਹੀਂ ਕੀਤੀ ਪ੍ਰੋਟੈਸਟ ਕਿ ਕਿਉਂ ਤੁਸੀਂ ਲਿਖਵਾ ਰਹੇ? ਬਾਹਰੋਂ ਬਾਹਰ ਇਹਨਾਂ ਨੇ ਬੁਲਾਇਆ। ਅੱਛਾ, ਹਾਂਜੀ ਬਾਹਰੋਂ ਬਾਹਰ ਇਹਨਾਂ ਨੇ? ਹਾਂਜੀ, ਨਕਾਦ ਕੁਛ ਨਹੀਂ ਲਿਆ, ਬਾਹਰੋਂ ਬਾਹਰ ਲਾਇਆ ਨੇ। ਤੁਸੀਂ ਦੇ ਦਿੱਤਾ? ਨਹੀਂ ਜੀ, ਉਹ ਬਾਹਰੋਂ ਬਾਹਰ ਬਚੇ ਨੇ। ਨਹੀਂ, ਉਹਨਾਂ ਨੇ ਲਿਖਵਾਇਆ ਕਿ ਲਿਖਵਾਇਆ ਸੀ ਨਾ ਸਟਾਮ ਤੇ? ਹਾਂਜੀ, ਸਾਡੀ ਬੱਚੀ ਨੂੰ ਤਲਾਕ ਦੇਗਾ ਤੇ ਐ ਪਰ ਬਾਹਰੋਂ ਬਾਹਰ ਉਹਨੂੰ ਬੁਲਾ ਕੇ ਪਤਾ ਨਹੀਂ ਕੀ ਦਿੱਤਾ ਕੀ ਨਹੀਂ ਦਿੱਤਾ, ਬਾਹਰੋਂ ਬਾਹਰ ਆਇਆ ਕੱਲਾ ਤਲਾਕ ਟੁਰ ਗਿਆ। जी नाज़रीन, ये अहमद के वालिद थे
जो बच्चा इस दुनिया से चला गया, ये मैं बार बार यही चीज़ कह रहा हूँ कि कत्ल है या खुदकुशी, ये एक पहेली है। उनके वालिद और वालिदा के बकौल है। मैं उनकी बहन से भी बात करूँगा गुजरात में जाके, और जलालपुर जट्टा तहसील है गुजरात की, वहाँ पे जाके उसकी सिस्टर से भी बात की जाएगी और पुलिस से भी पूछेंगे कि इन्वेस्टिगेशन कहाँ तक पहुँची। हमारे साथ ही रहिएगा।